Students, how are you? So today is 2nd February 2022. Yeah, students, today I'm going to discuss with you a task जो कि अफ्रीका कंट्री में जनवरी 2022 में आया है. This recent writing task 2, the topic goes like people buy products that work, therefore advertising is unnecessary and is no more than a form of entertainment. ਇਹਦਾ ਥੋੜ੍ਹਾ ਜਿਹਾ ਅਨੁਵਾਦ ਅਸੀਂ ਜੇ ਪੰਜਾਬੀ 'ਚ ਕਰੀਏ ਤਾਂ ਇਹ ਮਤਲਬ ਹੈ ਕਿ ਲੋਕਾਂ ਦਾ ਕਹਿਣਾ ਹੈ ਕਿ ਲੋਕੀ ਜਿਹੜੇ ਬੇਸਿਕਲੀ ਲੋਕੀ ਉਹ ਪ੍ਰੋਡਕਟ ਖਰੀਦਦੇ ਨੇ, ਉਹ ਆਈਟਮਸ ਖਰੀਦਦੇ ਨੇ, ਉਹ ਚੀਜ਼ਾਂ ਖਰੀਦਦੇ ਨੇ ਜਿਹੜੀਆਂ ਵਰਕ ਕਰਦੀਆਂ ਨੇ, ਜਿਹੜੀਆਂ ਕਿ ਕੰਮ ਕਰਦੀਆਂ ਨੇ। ਜਦੋਂ ਉਹਨਾਂ ਨੇ ਉਹੀ ਚੀਜ਼ਾਂ ਦੀ ਪਰਚੇਜ਼ ਕਰਨੀ ਹੈ ਜਿਹੜੀ ਕਿ ਵਰਤੋਂ 'ਚ ਆ ਸਕਦੀ ਹੈ। ਸੋ ਐਡਵਰਟਾਈਜ਼ਿੰਗ ਯਾਨੀ ਕਿ ਮਸ਼ਹੂਰੀ ਕਰਨਾ ਜਿਹੜਾ ਹੈ ਉਹ ਅਨਨੈਸੈਸਰੀ ਹੈ, ਉਹਦੀ ਕੋਈ ਲੋੜ ਨਹੀਂ ਹੈਗੀ। ਐਂਡ ਉਹ ਸਿਰਫ ਇੱਕ ਐਂਟਰਟੇਨਮੈਂਟ ਦਾ ਜ਼ਰੀਆ ਬਣ ਗਿਆ ਹੈ ਕਿ ਉਹਦੇ ਵਿੱਚ ਐਕਟਰ ਐਕਟਰੈਸਿਸ ਆ ਰਹੇ ਨੇ ਔਰ ਕੁਛ ਨਾ ਕੁਛ ਕਰ ਰਹੇ ਨੇ। ਉਹ ਸਭ ਚੀਜ਼ਾਂ ਐਂਟਰਟੇਨਮੈਂਟ ਦਾ ਕੰਮ ਰਹਿ ਗਈਆਂ ਨੇ। ਪ੍ਰੋਡਕਟ ਤਾਂ ਆਖਰਕਾਰ ਉਹੀ ਵਿਅਕਤੀ ਖਰੀਦਦਾ ਆ ਜੋ ਕਿ ਉਹਦੇ ਕੰਮ ਆਉਂਦਾ। ਟੂ ਵਾਟ ਐਕਸਟੈਂਟ ਡੂ ਯੂ ਐਗਰੀ ਔਰ ਡਿਸਐਗਰੀ। ਦੇਖੋ ਗੱਲ ਹੈਗੀ ਹੈ ਕਿ ਜੇ ਅਸੀਂ ਐਕਸਟੈਂਟ ਦੀ ਗੱਲ ਕਰੀਏ ਕਿ ਐਗਰੀ ਡਿਸਐਗਰੀ ਕੀਤੀ ਤਾਂ ਜਾਂ ਤਾਂ ਅਸੀਂ ਐਗਰੀ ਵਾਲੀ ਸਾਈਡ ਜਾਵਾਂਗੇ ਜਾਂ ਡਿਸਐਗਰੀ ਵਾਲੀ ਸਾਈਡ ਜਾਵਾਂਗੇ। ਚਲੋ ਹੁਣ ਇੱਦਾਂ ਹੈ, ਅਸੀਂ ਕੁਛ ਨਾ ਕੁਛ ਇਹਨੂੰ ਡਿਸਕਸ ਕਰਦੇ ਹਾਂ ਟਾਸਕ ਨੂੰ ਔਰ ਦੇਖਦੇ ਹਾਂ ਕਿਸ ਪਹਿਲੂ 'ਤੇ ਅਸੀਂ ਜਾ ਸਕਦੇ ਹਾਂ। ਜੇ ਅਸੀਂ ਹੁਣ ਇਹਦੇ ਐਕਸਟੈਂਟ ਦੀ ਗੱਲ ਕਰੀਏ, ਹੁਣ ਸਭ ਤੋਂ ਪਹਿਲੀ ਗੱਲ ਹੈ ਕਿ ਇੰਟਰੋਡਕਸ਼ਨ। ਦੇਖੋ ਸਟੂਡੈਂਟ, ਸਿੰਪਲ ਜੀ ਗੱਲ ਸਮਝੋ। 4 ਕ੍ਰਾਈਟੀਰੀਆ ਹੁੰਦੇ ਨੇ ਜਿਹਦੇ ਬੇਸਿਸ 'ਤੇ ਰਾਈਟਿੰਗ ਟਾਸਕ 2 ਦੀ ਜਜਮੈਂਟ ਹੁੰਦੀ ਹੈ। ਸਭ ਤੋਂ ਪਹਿਲਾਂ ਟਾਸਕ ਕੰਪਲੀਸ਼ਨ ਹੈ। ਜੇ ਤੁਸੀਂ ਟਾਸਕ 'ਚ ਮੰਗੀ ਗਈ ਚੀਜ਼ ਦੀ ਕੰਪਲੀਸ਼ਨ ਨਹੀਂ ਕਰੋਗੇ ਤਾਂ ਟਾਸਕ ਅਚੀਵਮੈਂਟ ਨਹੀਂ ਹੋਏਗੀ। ਟਾਸਕ ਅਚੀਵਮੈਂਟ ਤਦ ਹੋਣੀ ਹੈ ਜਦੋਂ ਤੁਸੀਂ ਮੰਗੀ ਹੋਈ ਰਿਕੁਆਇਰਮੈਂਟ ਨੂੰ ਪੂਰਾ ਕਰਦੇ ਹਾਂ। ਦੂਸਰੀ ਆ ਜਾਂਦੀ ਕੁਐਸ਼ਨ ਐਂਡ ਕੋਹੈਰੈਂਸ। ਉਹਨੂੰ ਜੇ ਅਸੀਂ ਸਿੰਪਲ ਵਰਡਸ 'ਚ ਅੰਡਰਸਟੈਂਡ ਕਰੀਏ ਤਾਂ ਬੇਸਿਕਲੀ ਕੀ ਹੈਗਾ ਕਿ ਤੁਸੀਂ ਔਨ ਦ ਟੋਪਿਕ ਰਹੋ ਔਰ ਫਲੋ ਦੇ ਵਿੱਚ ਰਹੋ ਔਰ ਤੁਹਾਡੀ ਗੱਲ ਦਾ ਪੂਰਾ ਲੌਜਿਕ ਬਣੇ ਔਰ ਪੂਰਾ ਜਿਹੜਾ ਰਾਈਟਿੰਗ ਟਾਸਕ ਹੈ ਇੱਕਦਮ ਇੱਕ ਜਿੱਦਾਂ ਮੋਤੀਆਂ ਦੀ ਮਾਲਾ ਪਿਰੋਈ ਹੁੰਦੀ ਹੈ, ਇੱਕੋ ਵਰਗਾ ਲੱਗੇ। ਇੱਕ ਚੀਜ਼ ਜਿਹੜੀ ਹੈ ਵੱਡੇ ਕੰਸੋਲੀਡੇਟਡ ਟਾਸਕ ਦਾ ਪਾਰਟ ਲੱਗੇ। ਫਿਰ ਆ ਜਾਂਦੀ ਹੈ ਲੈਕਸੀਕਲ ਰਿਸੋਰਸ ਯਾਨੀ ਕਿ ਵੋਕੈਬਲਰੀ, ਔਰ ਫਿਰ ਆ ਜਾਂਦੀ ਹੈ ਗ੍ਰਾਮੈਟੀਕਲ ਰੇਂਜ, ਕਿਉਂਕਿ ਤੁਸੀਂ ਆਪਣੀ ਗ੍ਰਾਮਰ ਨੂੰ ਸਹੀ ਤਰੀਕੇ ਨਾਲ ਪੇਸ਼ ਕਰ ਪਾਓ। ਆਪਾਂ ਜਦੋਂ ਇੰਟਰੋਡਕਸ਼ਨ ਲਿਖਣੀ ਹੈ, ਫਸਟ ਇੰਪਰੈਸ਼ਨ ਇਜ਼ ਦ ਲਾਸਟ ਇੰਪਰੈਸ਼ਨ। ਉਹਦੇ ਵਿੱਚ ਅਸੀਂ ਸਭ ਤੋਂ ਪਹਿਲੇ ਜਿਹੜਾ ਹੈ ਅਸੀਂ ਇਹ ਜਿਹੜੀ ਗੱਲ ਹੋ ਰਹੀ ਹੈ ਐਡਵਰਟਾਈਜ਼ਮੈਂਟ ਦੀ, ਜੋ ਇਹਦਾ ਕੀਵਰਡ ਹੈ, ਇਹਨੂੰ ਅਸੀਂ ਐਕਨੋਲੇਜ ਕਰੀਏ ਕਿ ਹਾਂ ਇਹ ਚੀਜ਼ ਹੈਗੀ ਹੈ। ਐਡਵਰਟਾਈਜ਼ਮੈਂਟ ਜਿਹੜੀ ਹੈ ਐਸੈਂਸ਼ੀਅਲ ਪਾਰਟ ਹੈ। ਉਸ ਤੋਂ ਬਾਅਦ ਅਸੀਂ ਥੀਸਿਸ ਸਟੇਟਮੈਂਟ ਲਿਖੀਏ। ਥੀਸਿਸ ਸਟੇਟਮੈਂਟ ਕੀ ਹੈਗੀ ਹੈ ਕਿ ਬੇਸਿਕਲੀ ਜੋ ਅਸੀਂ ਅੱਗੇ ਲਿਖ ਰਹੇ ਹਾਂ, ਅੱਗੇ ਲਿਖਾਂਗੇ ਪੂਰੇ ਪੈਰਾ ਦੇ ਵਿੱਚ, ਉਹਦਾ ਇੱਕ ਥੀਸਿਸ ਹੋਵੇ ਕਿ ਹਾਂ ਇਹ ਚੀਜ਼ ਅਸੀਂ ਕਵਰ ਕਰਨ ਜਾ ਰਹੇ ਹਾਂ ਆਉਣ ਵਾਲੇ ਪੈਰਾਗ੍ਰਾਫ ਦੇ ਵਿੱਚ। ਪੈਰਾਫਰੇਜ਼ਿੰਗ ਹੋਈ ਹੋਵੇ। ਰਾਈਟਿੰਗ ਟਾਸਕ 2 ਦੇ ਇੰਟਰੋਡਕਸ਼ਨ ਦੇ ਵਿੱਚ ਕੁਐਸਚਨ ਨੂੰ ਪੂਰੇ ਦਾ ਪੂਰਾ ਕਾਪੀ ਕਰ ਦੇਣਾ ਬਿਲਕੁਲ ਗਲਤ ਹੈ, ਉਹਦੇ ਕਰਕੇ ਘੱਟ ਬੈਂਡ ਆਉਣਗੇ। ਹੁਣ ਜਿੱਦਾਂ ਫੋਰ ਐਗਜ਼ਾਮਪਲ ਐਡਵਰਟਾਈਜ਼ਮੈਂਟ ਸ਼ਬਦ ਹੈ, ਇਹਦਾ ਇੱਕ ਆਲਟਰਨੇਟਿਵ ਸ਼ਬਦ ਹੈਗਾ ਕਮਰਸ਼ੀਅਲਸ। ਤੁਸੀਂ ਉਹ ਇਸਤੇਮਾਲ ਕਰ ਸਕਦੇ ਹੋ। ਅਨਨੈਸੈਸਰੀ ਅਤੇ ਅਨਨੀਡਡ ਕਹਿ ਸਕਦੇ ਹੋ, ਵੇਸਟੇਜ ਕਹਿ ਸਕਦੇ ਹੋ, ਠੀਕ ਹੈ ਨਹੀਂ। ਸੋ ਇਸ ਤਰੀਕੇ ਨਾਲ ਐਂਟਰਟੇਨਮੈਂਟ ਹੈ ਅਤੇ ਉਹਦੀ ਜਗ੍ਹਾ ਇੱਕ ਸ਼ਬਦ ਇਸਤੇਮਾਲ ਹੋ ਸਕਦਾ ਹੈ ਰੀਕ੍ਰੀਏਸ਼ਨ ਇਸਤੇਮਾਲ ਹੋ ਸਕਦਾ ਹੈ। ਇਸ ਤਰ੍ਹਾਂ ਸ਼ਬਦਾਂ ਦਾ ਹੇਰ-ਫੇਰ ਕਰਕੇ ਪੈਰਾਫਰੇਜ਼ ਕਰਕੇ ਤੁਸੀਂ ਇੰਟਰੋਡਕਸ਼ਨ ਲਿਖੋ। ਇੰਟਰੋਡਕਸ਼ਨ 'ਚ ਐਗਜ਼ੈਕਟਲੀ ਤੁਹਾਨੂੰ ਇਹ ਦੱਸਣਾ ਪਏਗਾ, ਡਿਸਕਲੋਜ਼ ਕਰਨਾ ਪਏਗਾ ਕਿ ਕੀ ਤੁਸੀਂ ਇਸ ਦੀ ਫੇਵਰ 'ਚ ਹੋ, ਤੁਸੀਂ ਬਹੁਤ ਹੱਦ ਤੱਕ ਐਗਰੀ ਕਰਦੇ ਹੋ ਜਾਂ ਡਿਸਐਗਰੀ ਕਰਦੇ ਹੋ, ਔਰ ਉਹਨਾਂ ਚੀਜ਼ਾਂ ਨੂੰ ਤੁਸੀਂ ਹੁਣ ਆਉਣ ਵਾਲੇ ਪੈਰਾਸ 'ਚ ਐਕਸਪਲੇਨ ਕਰੋਗੇ। ਹੁਣ ਜਿਹੜਾ ਪੈਰਾ ਨੰਬਰ 1 ਬੋਡੀ ਦਾ ਆ ਜਾਏਗਾ, ਮਤਲਬ ਓਵਰਆਲ ਦਾ ਪੈਰਾ 2, ਉਹਦੇ ਵਿੱਚ ਤੁਸੀਂ ਹੁਣ ਇਹ ਚੀਜ਼ ਲਿਖੋਗੇ ਕਿ ਬੇਸਿਕਲੀ ਜੋ ਤੁਹਾਡਾ ਐਡਵਰਟਾਈਜ਼ਮੈਂਟ ਹੈਗੀ ਹੈ ਜਾਂ ਉਹ ਕਿਤੇ ਨਾ ਕਿਤੇ ਕੋਸਟ ਜਿਹੜੀ ਹੈ ਐਡ ਕਰਦੀ ਹੈ। ਕਿਉਂਕਿ ਹੁਣ ਮੈਂ ਇਹਦੀ ਡਿਸਫੇਵਰ 'ਚ ਹੀ ਲਿਖ ਰਿਹਾ ਕਿ ਹਾਂ ਬਈ ਐਡਵਰਟਾਈਜ਼ਮੈਂਟ ਹਟਾ ਦੇਣੀ ਚਾਹੀਦੀ ਹੈ, ਇਟਸ ਨਾਟ ਨੀਡਡ, ਔਰ ਪ੍ਰੋਡਕਟ ਤਾਂ ਆਖਰ ਉਹਨੇ ਉਹੀ ਖਰੀਦਣਾ ਜੋ ਉਹਦੀ ਲੋੜਵੰਦ ਹੈ। ਦੇਖੋ ਜੀ, ਐਡਵਰਟਾਈਜ਼ਮੈਂਟ ਜਿਹੜੀ ਹੈ ਸਭ ਤੋਂ ਪਹਿਲੇ ਕੋਸਟਿੰਗ ਇੰਕਰੀਜ਼ ਕਰਦੀ ਹੈ ਪ੍ਰੋਡਕਟ ਦੀ। ਜੇਕਰ ਕੋਈ ਬਹੁਤ ਵੱਡੇ ਵੱਡੇ ਐਕਟਰਸ ਨੂੰ ਐਂਡੋਸਮੈਂਟ ਵਾਸਤੇ ਹਾਇਰ ਕੀਤਾ ਜਾਂਦਾ ਹੈ, ਮਸ਼ਹੂਰੀ ਵਾਸਤੇ ਹਾਇਰ ਕੀਤਾ ਜਾਂਦਾ, ਪ੍ਰਮੋਸ਼ਨ ਵਾਸਤੇ ਹਾਇਰ ਕੀਤਾ ਜਾਂਦਾ ਹੈ, ਅਤੇ ਉਹਨਾਂ ਨੂੰ ਜਿਹੜਾ ਪੈਸਾ ਦਿੱਤਾ ਜਾਂਦਾ ਹੈ ਉਹ ਪ੍ਰੋਡਕਟ ਦੀ ਕੋਸਟ ਦੇ ਵਿੱਚ ਐਡ ਕੀਤਾ ਜਾਂਦਾ ਹੈ, ਤਾਂ ਹੀ ਕਰਕੇ ਉਹ ਪ੍ਰੋਡਕਟ ਕੋਸਟਲੀ ਹੁੰਦੇ ਨੇ। ਹੁਣ ਫੋਰ ਐਗਜ਼ਾਮਪਲ 2 ਸੋਪਸ ਨੇ, ਸਾਬੁਨ ਨੇ। ਇੱਕ ਸੋਪ ਦੀ ਐਡਵਰਟਾਈਜ਼ਮੈਂਟ ਇੱਕ ਬਹੁਤ ਵੱਡੇ ਐਕਟਰ ਨੇ ਕੀਤੀ ਹੈ ਅਤੇ ਦੂਸਰਾ ਸਾਬੁਨ ਸੇਮ ਕੁਆਲਿਟੀ ਦਾ ਪਰ ਉਹਦੀ ਐਡਵਰਟਾਈਜ਼ਮੈਂਟ ਕਿਸੇ ਨੇ ਨਹੀਂ ਕੀਤੀ, ਉਹ ਬ੍ਰਾਂਡ ਬਹੁਤ ਵੱਡਾ ਨਹੀਂ ਹੈ। ਸੋ ਜਿਹੜਾ ਘੱਟ ਫੇਮਸ ਬ੍ਰਾਂਡ ਹੈ ਜਿਹਦੀ ਕਿਸੇ ਐਕਟਰ ਨੇ ਨਹੀਂ ਕੀਤੀ, ਬਹੁਤ ਪੈਸਾ ਨਹੀਂ ਉਹਦੀ ਐਡਵਰਟਾਈਜ਼ਮੈਂਟ 'ਤੇ ਲੱਗਿਆ, ਉਹ ਸਸਤਾ ਮਿਲ ਜਾਂਦਾ ਮਾਰਕੀਟ ਦੇ ਵਿੱਚ। ਔਰ ਜਿਹੜੀ ਚੀਜ਼ ਦੇ ਉੱਤੇ ਐਡਵਰਟਾਈਜ਼ਮੈਂਟ ਕੀਤੀ ਹੈ ਉਹ ਬਹੁਤ ਜ਼ਿਆਦਾ ਮਹਿੰਗਾ ਮਿਲਦਾ, ਤਾਂ ਕਿਤੇ ਨਾ ਕਿਤੇ ਕੋਸਟਿੰਗ ਐਡ ਕਰਦੀ ਹੈ। ਦੂਸਰੀ ਗੱਲ ਹੈਗੀ ਹੈ ਕਿ ਅੱਜ ਦਾ ਜਿਹੜਾ ਯੂਜ਼ਰ ਹੈਗਾ, ਜਿਹੜਾ ਐਂਡ ਕੰਜ਼ਿਊਮਰ ਹੈਗਾ, ਜਿਹੜਾ ਪ੍ਰੋਡਕਟ ਨੂੰ ਯੂਜ਼ ਕਰਦਾ ਹੈ, ਉਹ ਇੱਕ ਵਾਰ ਤਾਂ ਐਡਵਰਟਾਈਜ਼ਮੈਂਟ ਦੇ ਝਾਂਸੇ 'ਚ ਆ ਸਕਦਾ ਹੈ, ਉਹਦੇ
ਪ੍ਰਭਾਵ 'ਚ ਆ ਕੇ ਕੋਈ ਚੀਜ਼ ਖਰੀਦ ਸਕਦਾ ਹੈ, ਬਟ ਰੈਪੀਟੇਟਿਵ ਜਿਹੜੀ ਵੈਲਿਊ ਹੈਗੀ ਆ ਉਹਦੀ, ਕਿ ਅਸੀਂ ਜੀ ਬਾਰ-ਬਾਰ ਪੈਸੇ ਖਰਚਾਂਗੇ ਉਸ ਚੀਜ਼ 'ਤੇ, ਉਹ ਤਦ ਹੀ ਹੁੰਦੀ ਹੈ ਜੇਕਰ ਪ੍ਰੋਡਕਟ ਦੇ ਵਿੱਚ ਤੁਹਾਨੂੰ ਵੈਲਿਊ ਫॉर ਮਨੀ ਮਿਲੇ, ਤੁਹਾਨੂੰ ਸੈਟਿਸਫੈਕਸ਼ਨ ਮਿਲੇ, ਤੁਹਾਨੂੰ ਪ੍ਰੋਪਰ ਕੰਟੈਂਟਮੈਂਟ ਮਿਲੇ। ਜੇਕਰ ਤੁਹਾਨੂੰ ਕੰਟੈਂਟਮੈਂਟ ਸੈਟਿਸਫੈਕਸ਼ਨ ਨਹੀਂ ਮਿਲ ਰਹੀ ਤੇ ਤੁਸੀਂ ਰੈਪੀਟੇਟਿਵਲੀ ਉਸ ਪ੍ਰੋਡਕਟ ਨੂੰ ਨਹੀਂ ਖਰੀਦੋਗੇ। ਮੇਰੇ ਪ੍ਰਭਾਵ 'ਚ ਆ ਕੇ ਹੋ ਸਕਦਾ ਤੁਸੀਂ ਕੋਈ ਡਿਟਰਜੈਂਟ ਪਾਊਡਰ ਖਰੀਦ ਲਓ, ਮੇਰੇ ਪ੍ਰਭਾਵ 'ਚ ਆ ਕੇ ਤੁਸੀਂ ਕੋਈ ਟਰਾਊਜ਼ਰ ਸ਼ਰਟਸ ਕੁਝ ਖਰੀਦ ਲਓ, ਪਰ ਜੇਕਰ ਉਹ ਵਧੀਆ ਨਾ ਨਿਕਲੀਆਂ ਤਾਂ ਤੁਸੀਂ ਦੁਬਾਰਾ ਆਪਣਾ ਪੈਸਾ ਉਸ ਚੀਜ਼ 'ਤੇ ਇਨਵੈਸਟ ਕਰਨਾ ਬਿਲਕੁਲ ਪਸੰਦ ਨਹੀਂ ਕਰੋਗੇ। ਹੁਣ ਗੱਲ ਕਰਦੇ ਹਾਂ, ਇਹ ਤੋਂ ਅੱਗੇ ਚੱਲਦੇ ਹਾਂ ਕਿ ਅਗਲਾ ਜਿਹੜਾ ਇਸ ਤੋਂ ਪੈਰਾ ਹੈ, ਅਸੀਂ ਇੱਕ ਦੋ ਪੁਆਇੰਟਸ ਹੋਰ ਲਿਖਾਂਗੇ ਕਿ ਬੇਸਿਕਲੀ ਐਡਵਰਟਿਜ਼ਮੈਂਟ ਜਿਹੜੀ ਹੈਗੀ ਹੈ ਕਿਤੇ ਨਾ ਕਿਤੇ ਉਹ ਓਵਰ ਐਗਜ਼ੈਜਰੇਟ ਵੀ ਕਰਦੀ ਹੈ ਰਿਜ਼ਲਟਸ ਨੂੰ। ਕਈ ਵਾਰੀ ਤੁਹਾਨੂੰ ਦਿਖਾਇਆ ਜਾਂਦਾ ਕਿ ਕੋਈ ਲੈਟਸ ਸੇ ਕੋਈ ਕਾਸਮੈਟਿਕਸ ਹੈ ਜਾਂ ਕੋਈ ਐਸਾ ਫੇਸ ਵਾਸ਼ ਹੈ, ਉਦੋਂ ਲਗਾਉਂਦੇ ਹੀ ਉਸ ਤੋਂ ਬਾਅਦ ਪਤਾ ਨਹੀਂ ਕੀ ਹੋ ਗਿਆ। ਔਰ ਕਈ ਵਾਰੀ ਤਾਂ ਇਹ ਡਿਸਕ੍ਰਿਮੀਨੇਸ਼ਨ ਵੀ ਕ੍ਰੀਏਟ ਕਰਦੀ ਹੈ, ਜਿੱਦਾਂ ਫੇਅਰ ਐਂਡ ਲਵਲੀ ਨਾਮ ਦੀ ਇੱਕ ਕੈਮੀਕਲ ਬੇਸਡ ਇੱਕ ਕਰੀਮ ਸੀਗੀ ਜਿਹੜੀ ਕਹਿੰਦੀ ਜੀ ਤੁਸੀਂ ਫੇਅਰ ਹੋ ਜਾਓਗੇ, ਜ਼ਿਆਦਾ ਵਧੀਆ ਦਿਖੋਗੇ, ਅਤੇ ਉਹਦੇ 'ਤੇ ਕੋਰਟ 'ਤੇ ਵੀ ਕੇਸ ਹੋਇਆ ਕਿ ਬਈ ਜ਼ਿਆਦਾ ਫੇਅਰ ਦਿਖਣਾ ਹੀ ਅਸਲੀ ਬਿਊਟੀ ਨਹੀਂ ਹੈ। ਸੋ ਬੇਸਿਕਲੀ ਕਿਤੇ ਨਾ ਕਿਤੇ ਐਗਜ਼ੈਜਰੇਟ ਕਰਦੀ ਹੈ, ਪੋਲਰਾਈਜ਼ ਕਰਦੀ ਹੈ ਰਿਜ਼ਲਟਸ ਨੂੰ, ਤੁਹਾਨੂੰ ਇੱਕ ਅਲੱਗ ਹੀ ਐਕਸਪੈਕਟੇਸ਼ਨ ਲੈਵਲ 'ਤੇ ਲੈ ਜਾਂਦੀ ਹੈ ਕਿ ਜੀ ਪਤਾ ਨਹੀਂ ਕੀ ਕਰ ਦੇਣਾ ਇਸ ਪ੍ਰੋਡਕਟ ਨੇ ਤੁਹਾਨੂੰ ਫੜ ਕੇ। ਸੋ ਕਿਤੇ ਨਾ ਕਿਤੇ ਮਿਸਗਾਈਡੈਂਸ ਦਾ ਵੀ ਜਿਹੜਾ ਫੈਕਟਰ ਹੈਗਾ ਉਹ ਹੈ, ਔਰ ਰਿਐਲਿਟੀ ਜਾਂ ਰੀਅਲ ਰਿਜ਼ਲਟਸ ਜਿਹੜੇ ਨੇ ਉਹ ਫਾਰ ਅਵੇ ਨੇ ਜਿਹੜੇ ਐਡਵਰਟਿਜ਼ਮੈਂਟ ਦੇ ਵਿੱਚ ਰਿਜ਼ਲਟਸ ਸ਼ੋ ਕੀਤੇ ਜਾਂਦੇ ਨੇ। ਸੋ ਇਹਨਾਂ ਪੁਆਇੰਟਸ ਦੇ ਕਰਕੇ ਤੁਹਾਨੂੰ ਇਹ ਲੱਗਦਾ ਹੈ ਕਿ ਅਲਟੀਮੇਟਲੀ ਪ੍ਰੋਡਕਟ ਉਹੀ ਐਂਡ ਕੰਜ਼ਿਊਮਰ ਇਸਤੇਮਾਲ ਕਰਦਾ ਹੈ ਜਿਹੜਾ ਕਿ ਉਹਨੂੰ ਮਨਵਾਂਛਿਤ ਰਿਜ਼ਲਟਸ ਦਿੰਦਾ ਹੈ। ਔਰ ਮੈਂ ਫੁੱਲੀ ਐਗਰੀ ਕਰਦਾ ਹਾਂ ਕਿ ਐਡਵਰਟਿਜ਼ਮੈਂਟ ਇੱਕ ਵੇਸਟੇਜ ਆਫ ਟਾਈਮ, ਮਨੀ ਐਂਡ ਰਿਸੋਰਸਿਸ ਹੈ, ਇਹਨੂੰ ਹਟਾ ਦੇਣਾ ਚਾਹੀਦਾ ਹੈ। ਇਹਦੀ ਜਗ੍ਹਾ ਜਿਹੜਾ ਪੈਸਾ ਇਹਦੇ 'ਤੇ ਲਗਾਇਆ ਜਾਣਾ ਹੈ ਉਹਨੂੰ ਪ੍ਰੋਡਕਟ ਦੇ R&D ਰਿਸਰਚ ਐਂਡ ਡਿਵੈਲਪਮੈਂਟ ਦੇ ਵਿੱਚ ਕੰਪਨੀਜ਼ ਨੂੰ ਲਗਾਉਣਾ ਚਾਹੀਦਾ ਹੈ। ਪ੍ਰੋਡਕਟ ਦੀ ਕੁਆਲਿਟੀ ਨੂੰ ਹੋਰ ਤੋਂ ਹੋਰ ਵਾਧਾ ਕਰਨਾ ਚਾਹੀਦਾ ਹੈ। ਔਰ ਜੇਕਰ ਕੋਈ ਪੈਸਾ ਉਹ ਐਡਵਰਟਿਜ਼ਮੈਂਟ 'ਤੇ ਵੇਸਟ ਕਰਨ ਵਾਲੇ ਨੇ, ਉਹਨੂੰ ਡਿਸਕਾਊਂਟ ਦੇ ਤੌਰ 'ਤੇ, ਉਹਨੂੰ ਪ੍ਰਾਈਸ ਰਿਡਕਸ਼ਨ ਦੇ ਤੌਰ 'ਤੇ ਉਹ ਸਿੱਧਾ ਲਾਹਾ ਜਿਹੜਾ ਹੈਗਾ ਕਸਟਮਰ ਨੂੰ ਪਾਸ ਔਨ ਕਰ ਦੇਣਾ ਚਾਹੀਦਾ ਹੈ, ਤਾਂ ਜੋ ਕਿ ਕਸਟਮਰ ਜਿਹੜਾ ਹੈ ਉਹਦੇ ਪ੍ਰਾਈਸ ਦਾ ਵੀ ਬੈਨੀਫਿਟ ਲੈ ਪਾਵੇ। ਅਤੇ ਇਸ ਦੇ ਨਾਲ ਹੀ ਤੁਸੀਂ ਕਨਕਲੂਡ ਕਰੋਗੇ ਕਿ ਅਲਟੀਮੇਟਲੀ ਐਡਵਰਟਿਜ਼ਮੈਂਟ ਨੋ ਡਾਊਟ ਕਿਤੇ ਨਾ ਕਿਤੇ ਅਸੈਂਸ਼ੀਅਲ ਪਾਰਟ ਹੈਗਾ, ਬਟ ਹੁਣ ਦਾ ਜਿਹੜਾ ਐਂਡ ਕੰਜ਼ਿਊਮਰ ਬਹੁਤ ਅਵੇਅਰ ਹੈ, ਬਹੁਤ ਜ਼ਿਆਦਾ ਉਹਨੂੰ ਅਵੇਅਰਨੈਸ ਹੈ, ਭਾਵੇਂ ਸੋਸ਼ਲ ਮੀਡੀਆ ਦੇ ਥਰੂ ਹੈ, ਵਰਡ ਆਫ ਮਾਊਥ ਦੇ ਥਰੂ ਹੈ, ਔਰ ਉਹ ਉਸੇ ਪ੍ਰੋਡਕਟ ਨੂੰ ਇਸਤੇਮਾਲ ਕਰਦਾ ਜਿਹੜਾ ਐਕਚੁਅਲੀ ਕੰਮ ਕਰਦਾ ਹੈ, ਅਤੇ ਐਡਵਰਟਿਜ਼ਮੈਂਟ ਦਾ ਕੋਈ ਬਹੁਤ ਜ਼ਿਆਦਾ ਰੋਲ ਨਹੀਂ ਹੈ। ਇਸ ਤੋਂ ਓਪੋਜ਼ਿਟ ਵੀ ਟਾਸਕ ਲਿਖਿਆ ਜਾ ਸਕਦਾ ਹੈ ਪੂਰਾ, ਡੈਫੀਨੇਟਲੀ ਪੁਆਇੰਟਸ ਬਣ ਸਕਦੇ ਨੇ, ਜਿੱਦਾਂ ਅਸੀਂ ਕਹਿ ਸਕਦੇ ਹਾਂ ਕਿ ਐਡਵਰਟਿਜ਼ਮੈਂਟ ਤੋਂ ਬਗੈਰ ਤਾਂ ਗੁਜ਼ਾਰਾ ਹੀ ਨਹੀਂ ਹੈ ਜੀ। ਤੁਹਾਡੇ ਪ੍ਰੋਡਕਟ ਨੂੰ ਦੁਨੀਆ ਜਾਣੇਗੀ ਕਿਵੇਂ, ਐਟ ਲਾਰਜ ਮਾਸਿਸ ਨੂੰ ਤੁਸੀਂ ਕਿੱਦਾਂ ਆਪਣਾ ਮੈਸੇਜ ਭੇਜੋਗੇ, ਕਿਵੇਂ ਲੋਕਾਂ ਨੂੰ ਪਤਾ ਚੱਲੇਗਾ, ਔਰ ਕਿਵੇਂ ਲੋਕ ਇਮੋਸ਼ਨਲੀ ਅਟੈਚ ਹੋਣਗੇ ਉਸ ਪ੍ਰੋਡਕਟ ਨਾਲ। ਹੁਣ ਕੋਈ ਪ੍ਰੋਡਕਟ ਕੋਈ ਵਧੀਆ ਐਕਟਰ ਯੂਜ਼ ਕਰਦਾ ਅਤੇ ਲੋਕ ਵੀ ਉਹਦੇ ਨਾਲ ਕਨੈਕਟ ਹੋਣ ਦੀ ਕੋਸ਼ਿਸ਼ ਕਰਦੇ, ਤਾਂ ਪੁਆਇੰਟਸ ਉਸ ਪਾਰਟ 'ਚ ਵੀ ਬਣ ਸਕਦੇ ਨੇ। ਸੋ ਸਟੂਡੈਂਟਸ, ਆਇਲਸ ਦਾ ਟੈਸਟ ਅਫਰੀਕਾ ਕੰਟਰੀ ਜਨਵਰੀ 2022 ਦੇ ਵਿੱਚ ਆਇਆ ਹੈ। ਇਸੇ ਤਰੀਕੇ ਦੇ ਹੋਰ ਰਾਈਟਿੰਗ ਟਾਸਕ ਔਰ ਹੋਰ ਆਇਲਸ ਦੇ ਪਹਿਲੂਆਂ ਦੀ ਲਰਨਿੰਗ ਵਾਸਤੇ ਤੁਸੀਂ ਮੇਰੇ ਚੈਨਲ ਆਇਲਸ ਲੈਸਨਸ ਬਾਏ ਨਿਖਿਲ ਸਰੀਨ ਦੇ ਨਾਲ ਜੁੜੇ ਰਹੋ। ਆਇਲਸ ਲੈਸਨਸ ਬਾਏ ਨਿਖਿਲ ਸਰੀਨ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਅਤੇ ਇਹਦੇ ਬੈਲ ਬਟਨ ਨੂੰ ਕਲਿੱਕ ਕਰ ਦਿਓ, ਤਾਂ ਕਿ ਜਿਹੜੀਆਂ ਅਪਡੇਸ਼ਨਸ ਆ ਰਹੀਆਂ ਨੇ ਤੁਹਾਨੂੰ ਇੱਕਦਮ ਮਿਲਦੀਆਂ ਰਹਿਣ ਟਾਈਮ ਟੂ ਟਾਈਮ। ਸੋ ਇਸੇ ਗੱਲ ਦੇ ਨਾਲ ਹੁਣ ਮੈਂ ਆਪਣੀ ਗੱਲ ਨੂੰ ਵਿਰਾਮ ਦੇਣਾ ਹੈ ਅਤੇ ਫਿਰ ਦੁਬਾਰਾ ਮਿਲਦੇ ਹਾਂ। ਥੈਂਕ ਯੂ, ਬਾਏ ਬਾਏ।